फाजिल्का के गांव करनी खेड़ा में संदिग्ध परिस्थितियों में व्यक्ति की मौत, परिजनों ने प्रेमिका पर लगाया आरोप, पुलिस ने की 174 की कार्रवाई। नमस्कार दोस्तों, आरबी लाइव मीडिया में आपका स्वागत है। फाजिल्का के गांव करनी खेड़ा में संदिग्ध हालत में एक व्यक्ति की मौत हो गई। उधर मृतक के परिजनों ने इस मामले में गांव की एक विधवा को जिम्मेदार ठहराया है। गांव करनी खेड़ा निवासी मृतक काला राम के पिता नंदराम, परिवार के सदस्य राकेश कुमार व अन्य ने बताया कि मृतक किसी जिमीदार के यहां खेत में मजदूरी का काम करता था। गांव की ही एक विधवा के साथ उसका पिछले 8 साल से अवैध संबंध था और वो अक्सर उससे मिलने के लिए खेत में उसके पीछे जाया करती थी। शनिवार शाम को भी वे उसके पीछे उससे मिलने गई और कुछ ही समय बाद उन्हें काला सिंह की मृत्यु की सूचना प्राप्त हुई। इस घटना के बाद वे महिला ही उसे गांव के डॉक्टर के पास ले गई। परिजनों का आरोप है कि महिला द्वारा पैसे देने या किसी अन्य प्रकार के कथित दबाव डालने के कारण ही उसकी मौत हुई है। उन्होंने कहा कि इससे पहले भी मृतक ने महिला के दबाव में कुछ जहरीला पदार्थ खा लिया था, जिसके बाद उनके परिवार वालों ने उनका इलाज करवाया और तब बड़ी मुश्किल से उसकी जान बचाई। उन्होंने ये भी बताया कि तब उन्होंने इसकी पुलिस में शिकायत भी की थी। उन्होंने कहा कि मृतक के 4 बच्चे हैं और उसकी पत्नी बहुत ही भोली है, इसलिए वो अपने बच्चों की देखभाल कर पाने में असमर्थ है। उन्होंने मांग की कि इस मामले की जांच की जाए और दोषी पाए जाने पर महिला के खिलाफ कानूनी कार्रवाई कर उन्हें न्याय दिलाया जाए। वहीं पुलिस ने इस मामले की जांच शुरू कर दी है। जांच अधिकारी मिलक राज ने कहा कि उन्होंने मृतक काला राम के पिता नंदराम के बयान के आधार पर फिलहाल 174 की कार्रवाई की है। उन्होंने कहा कि वे इस मामले की जांच करेंगे और मृतक के शव का पोस्टमार्टम कराकर उसका विसरा भेजकर पता लगाएंगे कि कहीं उसने कोई जहरीला पदार्थ तो नहीं खाया है। मेडिकल जांच रिपोर्ट आने के बाद ही आगे की कार्रवाई की जाएगी। आरबी लाइव मीडिया के लिए फाजिल्का से ब्यूरो रिपोर्ट। शुरू तो 10 साल हो गए ਤੇ ਇਹਨੇ ਪਤਾ ਨਹੀਂ ਕੀ ਕਰਕੇ ਪਾਇਆ ਹੈ। ਉਸ ਤੋਂ ਬਾਅਦ ਇਹ ਇਹਦੇ ਨਾਲ ਲੱਗਿਆ, ਬੱਚੇ ਮੁੱਚੇ ਸਾਰੇ ਛੱਡ ਛੁੱਟ ਕੇ ਤੇ ਕਦੀ ਆਇਆ ਤਾਇਆ ਨਹੀਂ, ਘਰੇ ਨਹੀਂ ਆਉਂਦਾ। ਬੰਦਾ ਤੋਂ ਬਾਅਦ ਵਿੱਚ ਮਰਿਆ ਹੈ ਤੇ ਪਹਿਲਾਂ ਹੀ ਮਤਲਬ ਉਹਦੇ ਨਾਲ ਹੈ ਤੇ ਇਹਨੇ ਲਿੰਕ ਪਾ ਲਿਆ ਤੇ ਕੀ ਖਾਣ ਦੀ ਮਾਰ। ਇਹ ਨੌਕਰੀ ਕਰਦਾ ਸੀ, ਇਹਦੇ ਨਾਲ ਕੋਈ ਸਮਝ ਨਹੀਂ। ਸਾਨੂੰ ਤੱਕ ਆ ਕੇ ਘਰੇ ਉਹਨਾਂ ਤੇ ਕੱਲ ਕਿਸੇ ਮੁੰਡੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਖਤਮ ਹੋ ਗਿਆ। ਇਹ ਸਾਨੂੰ ਤਾਂ ਦੱਸਿਆ ਵੀ ਇੱਕ ਡਾਕਟਰ ਪਿੰਡ ਦੇ ਵਿੱਚ ਨਾਰਮਲ ਉਹਦੇ ਕੋਲ ਜਾਂਦਾ ਜਿੰਨਾ ਸਾਨੂੰ ਤਾਂ ਖਤਮ ਹੋਇਆ ਲੱਗਿਆ। ਉਹ ਜਿਹਨਾਂ ਮੰਗ ਹੈ ਵੀ ਸਾਡਾ ਮਤਲਬ ਬੱਚੇ ਦਾ ਉਹ ਬੱਚਾ ਤਾਂ ਸਾਡਾ ਵਾਲੀਬਾਲ ਕੌਣ ਬਣੇਗਾ। ਉਹਨੂੰ 8-9-10 ਸਾਲ ਹੋ ਗਏ। ਮੇਰੇ ਚਾਚਾ ਜੀ 10 ਸਾਲ ਤੋਂ ਇੱਕ ਜਨਾਨੀ ਹੈ ਸਾਡੀ ਪਿੰਡ ਦੀ, ਉਹਦੇ ਨਾਲ ਮਤਲਬ ਉਹਦੇ ਨਾਲ ਰਿਲੇਸ਼ਨ ਹੋ ਗਈ ਜ਼ਿਆਦਾ ਤੇ ਰਿਲੇਸ਼ਨ ਉਹ ਜਨਾਨੀ ਨੇ ਪਤਾ ਨਹੀਂ ਕੀ ਕੁਛ ਕੀਤਾ ਉਹਨਾਂ ਨਾਲ। ਉਹ ਨਾ ਸਾਡੇ ਕੰਟਰੋਲ ਚੋਂ ਬਾਹਰ ਹੋ ਗਏ, ਘਰੇ ਵੀ ਨਹੀਂ ਆਉਂਦੇ ਸੀ। ਛੋਟੀ ਛੋਟੀ ਬੱਚੀਆਂ ਨੇ, 4 ਬੱਚੀਆਂ ਨੇ ਉਹਨੇ ਦੀ, ਉਹਨਾਂ ਨੂੰ ਕੌਣ ਸੰਭਾਲੇਗਾ। ਉਹਨੇ ਪਤਾ ਨਹੀਂ ਕੀ ਜ਼ਹਿਰ ਖਵਾਇਆ ਹੈ, ਰੱਬ ਜਾਣੇ ਕੀ ਖਵਾਦਾ ਹੈ। ਉਹਨੂੰ ਖਵਾ ਕੇ ਇਹਦੀ ਡੈਡ ਬੋਡੀ ਨੂੰ ਚੱਕ ਕੇ ਉਹਦਾ ਮੁੰਡਾ ਨਾਲ ਸੀ ਜੋ ਉਹਨੂੰ ਵਿੱਚ ਮੋਟਰਸਾਈਕਲ ਤੇ ਪਾਇਆ, ਪਾ ਕੇ ਸਾਡੇ ਮਤਲਬ ਪਿੰਡ 'ਚ ਡਾਕਟਰ ਹੈਗਾ ਕੋਈ, ਉਹਦੇ ਕੋਲ ਲਿਆਂਦਾ। ਸਾਨੂੰ ਤਾਂ ਜਦੋਂ ਬਾਅਦ 'ਚ ਪਤਾ ਚੱਲਿਆ ਕਿ ਕਿਸੇ ਨੇ ਆ ਕੇ ਸਾਨੂੰ ਪੜੋਸ 'ਚ ਦੱਸਿਆ ਕਿ ਇਹਨਾਂ ਦੇ ਐਵੇਂ ਕਰਕੇ ਵੀ ਚਾਚਾ ਦੀ ਡੈਥ ਹੋ ਗਈ। ਸਾਨੂੰ ਤਾਂ ਸ਼ੌਕ ਹੋ ਗਿਆ ਇੱਕਦਮ ਤੇ ਹੋ ਗਈ ਗਿਆ। ਉਹ ਤੋਂ ਲੈ ਕੇ ਆਪਣੇ ਘਰ ਵੱਗ ਗਈ ਚਾਚੇ ਜੀ ਨੂੰ ਲੈ ਕੇ। ਉਹਦਾ ਪਿੰਡ ਵਾਲਿਆਂ ਨੇ ਸਾਸ ਪੜੋਸ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੂੰ ਲੈ ਕੇ ਜਾਓ, ਆਪਦੇ ਮਾਂ ਪਿਓ ਨੂੰ ਦਿਓ। ਉਹਨਾਂ ਨੂੰ ਸ਼ੰਕਾ ਆਈ ਹੈ ਜਦੋਂ 10 ਸਾਲ ਤੱਕ ਅੱਜ ਤੱਕ ਸਾਡੇ ਕੰਟਰੋਲ 'ਚੋਂ ਨਹੀਂ ਰਿਹਾ। ਉਹ ਘਰੇ ਰੋਟੀ ਨਹੀਂ ਖਾਂਦਾ ਤੇ ਘਰੇ ਆਉਂਦਾ ਹੀ ਨਹੀਂ ਸੀ। ਉਹਨੇ ਹੀ ਬਸ 'ਚ ਕਰ ਰੱਖਿਆ ਸ਼ਾਇਦ ਕੋਈ ਮਜ਼ਦੂਰੀ। ਚਾਚਾ ਜੀ ਸਾਡਾ ਮਜ਼ਦੂਰੀ ਕਰਦਾ ਸੀ ਪਹਿਲਾਂ ਹੀ। ਚਾਚਾ ਜੀ ਇਹਨਾਂ ਦੀ ਸਟ੍ਰੈਸ 'ਚ ਆ ਕੇ, ਉਹਦੇ ਦਬਾਅ 'ਚ ਆ ਕੇ ਐਵੇਂ ਸਪਰੇਅ ਪੀਤੀ। 70,000 ਰੁਪਏ ਲਾ ਕੇ ਉਹਨਾਂ ਨੂੰ ਠੀਕ ਕਰਾਇਆ। ਹੁਣ ਠੀਕ ਹੋ ਗਏ ਚੰਗੀ ਤਰ੍ਹਾਂ, ਸਾਰਾ ਕੁਝ ਆਪਣਾ ਕਾਰੋਬਾਰ ਸੰਭਾਲਣ ਲੱਗ ਗਏ ਸੀ। ਇਹਨੇ ਫਿਰ ਜਨਾਨੀ ਨੇ ਵਾਸ ਚ ਲੈ ਲਿਆ ਉਹਨਾਂ ਨੂੰ। ਸਾਰਾ ਪੈਸੇ ਕਰਕੇ ਪੈਸੇ ਲਵਾਲਚ ਪੈਸੇ ਦਾ ਬਸ ਇਹੀ ਹੋਇਆ। ਕਮਾਈ ਜਿਹੜੀ ਚਾਚੇ ਦੀ 10-12,000 13,000 15,000 ਜਿਹੜੇ ਕਮਾਉਂਦੇ ਸੀ, ਜਿੰਨੇ ਵੀ ਕਮਾਉਂਦੇ ਸੀ ਉਹ ਸਾਰਾ ਉਹਦੇ ਕੋਲ ਜਾਂਦਾ ਸੀ। ਘਰੇ ਕੁਝ ਨਹੀਂ, ਪੱਕਾ ਦਬਾਅ ਪਾਇਆ। ਬੰਦਾ ਡੋਲਣ ਵਾਲਾ ਨਹੀਂ ਸੀ, ਬੰਦਾ ਹੌਸਲੇ ਵਾਲਾ ਸੀ। ਸਾਡੇ ਨਾਲ ਪੜਿਆ ਲਿਖਿਆ ਸੀ, ਸਾਰਾ ਕੁਝ ਸੀ। ਇਨਸਾਫ ਮਿਲਣਾ ਚਾਹੀਦਾ ਜਿਹੜੀ ਸਾਡੇ ਨਾਲ ਹੋਈ ਜੀ। ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੱਚੇ ਛੋਟੇ ਛੋਟੇ ਹੈ, ਨਿਆਣੇ ਹੈਗੇ ਨੇ। ਉਮਰ ਕੋਈ 45 ਸਾਲ ਸੀ ਤਾਂ ਕਰਤੀ ਜੀ ਰਾਤੀ ਹੋ ਗਈ ਤੇ ਹੋਰ ਹੀ ਕਾਰਵਾਈ ਕਹਿੰਦੇ ਪਏ ਨੇ। ਇਹ ਮੁੰਡਾ ਆਪਦੇ ਮਤਲਬ ਕੰਮ ਲੱਗਿਆ ਸੀ। 8-10 ਸਾਲ ਹੋ ਗਏ ਇਹ ਲੇਡੀਜ਼ ਨਾਲ ਰਿਲੇਸ਼ਨ ਹੈਗੇ ਸੀ। ਉਸ ਤੋਂ ਬਾਅਦ ਕੀ ਹੈ ਜੀ, ਕਹਿੰਦੇ ਉਸ ਲੇਡੀਜ਼ ਦਾ ਘਰ ਵਾਲਾ ਵੀ ਮਰ ਗਿਆ। ਉਹਨੇ ਸਾਨੂੰ ਤਾਂ ਇਹ ਸ਼ੱਕ ਹੈ ਵੀ ਉਹਨੇ ਵੀ ਆਦੇ ਬੰਦੇ ਨੂੰ ਮਾਰਿਆ ਤੇ ਇਹਦੇ ਪਿੱਛੇ ਵੀ ਇਹ ਮੇਰੇ ਨਾਲ ਰਹਿੰਦਾ ਰਹੇਗਾ ਤੇ ਉਹਨੂੰ ਰਸਤਾ ਸਾਫ਼ ਕਰ ਲਿਆ। ਜੋ ਕਮਾਈ ਇਹ ਕਰਦਾ ਸੀ ਸਾਰੀ ਉਹਨੂੰ ਦਿੰਦਾ ਸੀ। ਇਹਦੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ, ਇਹ ਮਤਲਬ ਹੈ ਵੀ 3 ਹੈਗੀਆਂ ਨੇ। ਸਾਡੇ ਘਰ ਦੇ ਵਿੱਚ ਵੀ ਆਉਂਦੀਆਂ ਸੀ। ਸਾਡਾ ਇਹਨਾਂ ਨਾਲ ਰਿਲੇਸ਼ਨ ਹੈਗਾ
ਉਹ ਬੱਚੇ ਆਉਂਦੇ ਸੀ, ਜਦੋਂ ਉਹਨਾਂ ਦੇ ਕੱਪੜੇ ਵੇਖਦੇ ਸੀ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਆਓ, ਅਸੀਂ ਵੀ ਚਲੋ ਉਹਨਾਂ ਦੀ ਜੋ ਸਾਡੇ ਕੋਲ ਮਦਦ ਅੱਜ ਵੀ ਅਸੀਂ ਕਹਿੰਦੇ ਆ। ਕੱਲ ਸਾਡੇ ਘਰੋਂ ਹੋ ਕੇ ਗਈਆਂ ਉਹਨਾਂ ਦੇ ਬੱਚੀਆਂ, ਜਦੋਂ ਉਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਸੀ ਅਸੀਂ ਦਿੰਦੇ ਸੀ, ਤੇ ਵਿਚਾਰੀਆਂ ਮਾੜਾ ਮੋਟਾ ਕਹਿ ਦਿੰਦੇ ਵੀ ਚੱਲ ਪਾਣੀ ਭਰਤਾ ਜਾਂ ਕੋਈ ਉਹਨਾਂ ਕਦੋਂ ਕਰਨ ਵਾਲੀਆਂ ਸੀ। ਪਰ ਸਾਡੇ ਚਲੋ ਅਭੀ ਸਾਨੂੰ ਇਹ ਸੀ ਵੀ ਚਲੋ ਸਾਡੇ ਪਰਿਵਾਰ ਨਾਲ ਇਹਨਾਂ ਨਾਲ ਰਿਲੇਸ਼ਨ ਨੇ ਚੰਗੇ, ਉਹ ਐਵੇਂ ਟਾਈਮ ਪਾਸ ਕਰਦੀਆਂ ਸੀ। ਉਹ ਬੰਦਾ ਘਰੇ ਨਹੀਂ ਆਉਂਦਾ ਸੀ, ਸਾਰਾ ਪੈਸਾ ਕਮਾਉਂਦਾ ਸੀ ਤੇ ਉਹ ਸਾਰਾ ਉਹਨੂੰ ਦਿੰਦਾ ਸੀ। ਇੱਕ ਵਾਰੀ ਉਹ ਮੇਰੇ ਦਿਹਾੜੀ ਵੀ ਗਿਆ, ਮੇਰੇ 3-4 ਦਿਹਾੜੀ ਲਾ ਕੇ ਖੇਤ ਦੇ ਵਿੱਚ, ਤੇ ਪੈਸੇ ਮੈਨੂੰ ਕਹਿੰਦਾ, ਮੈਂ ਕਿਹਾ ਯਾਰ ਤੈਨੂੰ ਮੈਂ ਦਵਾਈ ਦਿੰਨਾ, ਤੂੰ ਫਰੀ ਦਵਾਈ ਲੈ ਜਾਣਾ, ਤਾਂ ਯਾਰ ਤੂੰ ਪੈਸੇ ਲੈਣ ਆ ਗਿਆ, ਮੇਰੀ ਦਵਾਈ ਫਰੀ ਤਾਂ ਨਹੀਂ ਹੈਗੀ। ਉਸ ਤੋਂ ਬਾਅਦ ਉਹ ਲੇਡੀਜ਼ ਆਈ ਹੈ ਮੇਰੇ ਕੋਲ, ਅੱਜ ਦੇ ਸਾਲ ਦੀ ਗੱਲ ਹੋ ਗਈ ਪਹਿਲਾਂ ਦੀ, ਤੇ ਲੇਡੀਜ਼ ਪੈਸੇ ਲੈਣ ਆਈ। ਮੈਂ ਕਿਹਾ ਮੇਰੀ ਸੁਣ ਗੱਲ ਵੀ ਤੂੰ ਪੈਸੇ ਕਿਵੇਂ ਲੈਣ ਆਈ, ਬੰਦੇ ਉਹਨੇ ਕੰਮ ਕੀਤਾ ਹੈ। ਫਿਰ ਇਹ ਮੁੰਡਾ ਬਾਹਰ ਖੜਾ ਹੈ, ਉਹਨੂੰ ਕਹਿੰਦੀ ਵੀ ਉਹ ਪੈਸੇ ਨਹੀਂ ਦਿੰਦਾ, ਤੇ ਉਹ ਕਹਿੰਦੇ ਵੀ ਮੈਂ ਤਾਂ ਕੱਟਾਂਗਾ ਮੇਰੇ ਪੈਸੇ। ਮੈਂ ਕਿਹਾ ਬੋਤਲਾਂ ਐਵੇਂ ਨਹੀਂ ਆਉਂਦੀਆਂ, ਪੈਸੇ ਐਵੇਂ ਨਹੀਂ ਆਉਂਦੇ। ਫਿਰ ਉਹ ਮੈਂ ਉਹਨਾਂ ਨੂੰ ਪੈਸੇ ਮੇਰੇ ਹਿਸਾਬ ਕਰ ਲੈ, ਜੇ ਤੇਰੇ ਵਧੇ ਤਾਂ ਮੈਂ ਤੈਨੂੰ ਹੁਣੇ ਦੇਣਾ। ਸਾਨੂੰ ਤੇ ਇਹ ਹੈ ਵੀ ਉਸ ਲੇਡੀਜ਼ ਨੇ ਕੱਲ ਸ਼ਾਮ ਨੂੰ ਉਹਦੇ ਮਗਰ ਗਈ ਹੈ ਖੇਤ ਦੇ ਵਿੱਚ ਜਿੱਥੇ ਕੰਮ ਲੱਗਿਆ, ਸਾਨੂੰ ਇੱਥੋਂ ਤੱਕ ਪਤਾ ਲੱਗਿਆ, ਮੈਂ ਪੜਤਾਲ ਕੀਤੀ ਹੈ। ਉਹ ਉਹਦੇ ਮਗਰ ਗਈ ਹੈ ਲੇਡੀਜ਼, ਉਹਦੇ ਤੇ ਪ੍ਰੈਸ਼ਰ ਪਾਇਆ ਉਹਦੇ ਤੋਂ ਪੈਸੇ ਲੈਣ ਵਾਸਤੇ, ਤੇ ਪੈਸੇ ਅੱਗੇ ਵੀ ਇਹਦੇ ਨਾਲ ਹੀ ਧੱਕਾ ਹੋਇਆ ਸੀ। ਇਹਦੇ ਤੋਂ ਸਪਰੇਅ ਪੀ ਕੇ ਇਹਨੇ ਮਾਂ ਪਿਓ ਨੂੰ ਪੈਸਾ ਲਾਇਆ, ਉਦੋਂ ਇਹਨੂੰ ਬਚਾਇਆ ਬੜਾ ਔਖਾ। ਹੁਣ ਦੁਬਾਰਾ ਹੀ ਉਹ ਚਾਂਸ ਫਿਰ ਪ੍ਰੈਸ਼ਰ ਪਾਇਆ ਤੇ ਪੈਸੇ ਉਹਦੇ ਤੋਂ ਲਏ ਨੇ ਕੱਲ, ਤੇ ਉਹ ਪੈਸੇ ਨਾ ਜਰਨ ਥੋੜੇ ਦਿੱਤੇ ਨੇ। ਉਹਨੇ ਕਿਹਾ ਉਹਨੇ ਜਾ ਮੈਂ ਤੇਰੇ ਤੇ ਕਰਵਾ ਦਿਆਂਗੇ, ਕੁਝ ਕਰਵਾਉਣ ਦੀ ਵਜ੍ਹਾ ਦੇ ਨਾਲ ਉਹਦੇ ਤੇ ਪ੍ਰੈਸ਼ਰ ਪੂਰਾ ਠੋਕ ਕੇ ਪਾਇਆ। ਤਾਂ ਇਸ ਕਰਕੇ ਉਹ ਮੁੰਡਾ ਮਤਲਬ ਹੈ ਵੀ ਉਹਨੇ ਹੋਰ ਸੋਚਿਆ, ਉਹਨੂੰ ਰਸਤਾ ਨਹੀਂ ਲੱਭਿਆ, ਇਸ ਕਰਕੇ ਉਹ ਮਰ ਗਿਆ ਵੀ ਮੈਂ ਘਰ ਜੋਗਾ ਹੀ ਨਹੀਂ ਰਹਿ ਗਿਆ ਤੇ ਬਾਹਰ ਜੋਗਾ ਹੀ ਨਹੀਂ ਰਹਿ ਗਿਆ। ਸਾਨੂੰ ਤਾਂ ਇਹ ਵੀ ਚਾਹੇ ਉਹ ਹੈਗਾ ਉਹਦੇ ਦਬਾਅ ਤੋਂ ਇਹ ਕੰਮ ਹੋਇਆ ਹੈ ਜੀ। ਹੁਣ ਇਹ ਅਸੀਂ ਨਹੀਂ ਕਹਿ ਸਕਦੇ ਵੀ ਉਹਨੇ ਸਪਰੇਅ ਮੂੰਹ ਚ ਪਾਤੀ, ਪਰ ਉਹਦੇ ਪ੍ਰੈਸ਼ਰ ਨਾਲ ਹੀ ਸਾਰਾ ਕੰਮ ਹੋਇਆ। ਉਹਦੀ ਵਜ੍ਹਾ ਨਾਲ ਦੋਵੇਂ ਘਰ ਜੁੜ ਗਏ। ਉਹਦੇ ਤੂੰ ਜਿਹੜੇ ਚਲੋ ਤਾਂ ਆਦ ਬੈਠੀ ਆ ਤੇ ਬੱਚਿਆਂ 'ਚ ਉਹਦੇ ਘਰੇ ਇੰਨੀ ਸ਼ਰੀਫ ਹੈ ਜੀ, ਉਹ ਵਿਚਾਰੀ ਜਨਾਨੀ ਇੰਨੀ ਕਹੇਗੀ ਉਹਨੂੰ ਪਤਾ ਨਹੀਂ ਬੱਚਿਆਂ 'ਚ ਜੀ ਹੈ, ਉਹ ਬੋਲੀ ਹੈ। ਹੁਣ ਉਹ ਕਿਵੇਂ ਪਾਲੇਗੇ? ਸਾਨੂੰ ਤੇ ਇਹ ਹੈਗਾ ਸੀ ਬਹੁਤ ਮਤਲਬ ਇਹ ਵੀ ਨਜਾਇਜ਼ ਹੋਇਆ ਬਹੁਤ। ਮਤਲਬ ਉਸ ਮੁੰਡੇ ਤੋਂ ਇੱਕ ਵਾਰੀ ਉਹਨੂੰ ਪਤਾ ਸੀ ਵੀ ਮੈਂ ਅੱਗੇ ਸਪਰੇਅ ਪੀ ਕੇ ਬਚ ਗਿਆ, ਹੁਣ ਇਹਦਾ ਖਹਿੜਾ ਛੱਡ ਦਿਆਂ। ਉਹ ਜਨਾਨੀ ਉਹਨੂੰ ਚੋਰੀ ਕਰਵਾਉਂਦੀ ਸੀ ਤਾਂ ਵੀ ਉਹ ਕਰਵਾ ਲੈਂਦੀ ਸੀ, ਮੈਨੂੰ ਤਾਂ ਲਿਆ ਕੇ ਦੇ ਸਮਾਨ, ਉਹ ਕਿਵੇਂ ਮਰਜ਼ੀ ਲਿਆ ਕੇ ਇਹਨੂੰ ਦਿੰਦਾ ਸੀ। ਇਹਨਾਂ ਦੇ ਘਰੇ ਬੱਚੇ ਨੰਗੇ ਪੈਰੀ ਰਹਿੰਦੇ ਸੀ, ਬੁਰਾ ਹਾਲ ਹੁੰਦਾ ਸੀ, ਤੇ ਇਹ ਉਹਨੂੰ ਲਿਆ ਕੇ ਦਿੰਦਾ ਸੀ ਸਾਰਾ ਸਮਾਨ। ਬਿਲਕੁਲ ਸਹੀ ਸੀ ਜੀ, ਬਿਲਕੁਲ ਇੱਕਦਮ ਸਹੀ ਸੀ, ਕੋਈ ਚੱਕਰ ਨਹੀਂ ਹੈਗਾ ਸੀ। ਪ੍ਰੈਸ਼ਰ, ਉਹ ਮੁੰਡਾ ਦਲੇਰ ਸੀ, ਕੰਮ ਕਰਨ ਵਾਲਾ ਸੀ, ਇਹ ਨਹੀਂ ਹੈਗਾ ਵੀ ਉਹ ਢਿੱਲਾ ਬੰਦਾ ਸੀ, ਕੰਮ ਕਰਦਾ ਸੀ, ਮਿਹਨਤ ਬੜੀ ਕਰਦਾ ਸੀ। ਪਰ ਉਹਦੇ ਤੇ ਜਿਹੜਾ ਇੰਨਾ ਪ੍ਰੈਸ਼ਰ ਪਾਤਾ ਵੀ ਉਹ ਮਜਬੂਰ ਹੋ ਗਿਆ। ਕਾਲੂ ਰਾਮ ਹੈਗਾ, ਨੰਦ ਰਾਮ ਉਹਨਾਂ ਦੇ ਪਿਤਾ ਦਾ ਨਾਮ ਹੈ, 40-45 ਦੇ ਵਿੱਚ ਹੈਗਾ ਜੀ। ਉਹਦੀ ਬੇਟੀ ਮੇਰੇ ਖਿਆਲ 17-18 ਸਾਲ ਦੀ ਹੋਣੀ ਹੈ ਜੀ। ਹੁਣ ਕੱਲ ਨੂੰ ਇਹ 2 ਸਾਲ ਆ ਜਾਏਗਾ, ਟਾਈਮ ਆ ਜਾਈਏ, ਉਹਨੂੰ ਵਿਆਹਣਾ ਪਵੇਗਾ, ਕੌਣ ਵਿਆਹੇਗਾ? ਆ ਬਜ਼ੁਰਗ ਬੈਠੇ ਨੇ, ਇਹ ਹੁਣ ਇਹਨਾਂ ਤੋਂ ਬਿਆਨ ਹੀ ਨਹੀਂ ਦਿੱਤੇ ਜਾਂਦੇ, ਇਹ ਦੱਸ ਹੀ ਨਹੀਂ ਸਕਦੇ। ਆਦੇ ਬੱਚਾ ਇਹਨਾਂ ਤੋਂ ਜਵਾਨ ਮਰ ਗਿਆ, ਦੱਸੋ ਇਹ ਇਹਨਾਂ ਦੇ ਪੱਲੇ ਕੀ ਰਹਿ ਗਿਆ? ਹੁਣ ਉਹਦਾ 3 ਬੇਟੀਆਂ ਨੇ, ਇੱਕ ਬੱਚਾ ਉਹ 1.5 ਸਾਲ ਦਾ ਸਾਰਾ। ਹੁਣ ਦੱਸੋ ਕਮਾਉਣ ਨਾਲ ਕਦੋਂ ਬਣੇਗਾ ਤੇ ਕਦੋਂ ਕੁਝ ਹੋਵੇਗਾ? ਹਰ ਇੱਕ ਮੈਂਬਰ ਇਹ ਕਹਿੰਦੇ ਜੀ ਵੀ ਇਹਨੂੰ ਨਿਆਂ ਮਿਲਣਾ ਚਾਹੀਦਾ ਹੈ, ਜੋ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਤੇ ਜਾਂ ਇਹਨਾਂ ਦਾ ਬੱਚਿਆਂ ਦਾ ਮਤਲਬ ਹੈ ਵੀ ਜਿਹੜਾ ਅੱਗੇ ਸੋਚੇ ਵੀ ਇਹਨਾਂ ਨਾਲ ਕੀ ਬਣੇਗਾ। ਅਸੀਂ ਤਾਂ ਇਹ ਸਰਕਾਰ ਤੋਂ ਮੰਗ ਹੈ ਵੀ ਇਹਨਾਂ ਬੱਚਿਆਂ ਦਾ ਮਤਲਬ ਸੋਚਿਆ ਜਾਵੇ। ਇਹੋ ਚੀਜ਼ਾਂ ਪਿੱਛੇ ਅਸੀਂ ਇਹ ਕਰ ਰਹੇ ਹਾਂ ਨਾ, ਨਸੀਹਤ ਹੋਵੇ, ਇਹਨੂੰ ਨਸੀਹਤ ਹੋਵੇਗੀ। ਅਸੀਂ ਇਹਨੂੰ ਪੂਰਾ ਅੱਗੇ ਲੈ ਕੇ ਆਵਾਂਗੇ ਵੀ ਪਿੰਡ ਦੇ ਵਿੱਚ ਦੁਬਾਰਾ ਅਜਿਹਾ ਕੰਮ ਨਾ ਹੋਵੇ। ਜੀ ਪੁਲਿਸ ਨੂੰ ਤਲਾਹ ਹੋਈ ਹੈ, ਅਜੇ ਪੁਲਿਸ ਆਈ ਨਹੀਂ, ਵੀ ਪਤਾ ਨਹੀਂ ਕੀ ਹੁਣ ਉਹ ਮੰਗ ਕਰ ਰਹੇ ਨੇ ਕਿ ਅਜੇ ਵੀ ਸਾਨੂੰ ਤਾਂ ਉਦੋਂ ਟੋੜਤਾ, ਕਹਿੰਦੇ ਤੁਸੀਂ ਜਾਓ ਤੇ ਅਸੀਂ ਕਾਰਵਾਈ ਪਾ ਲਈ, ਅਜੇ ਉਹ ਆਏ ਨਹੀਂ ਹੈਗੇ। ਸਾਡੇ ਕੋਲੇ ਨੰਦ ਰਾਮ ਨੇ ਜਿਹੜਾ ਹੈਗਾ ਬਿਆਨ ਲਿਖਾਇਆ ਵੀ ਉਹਦੇ ਬੇਟਾ ਸੀ ਸਰਵਨ ਕੁਮਾਰ, 37 ਕੁ ਸਾਲ ਉਮਰ ਹੈ। ਉਹ ਉੱਥੇ ਠੇਕੇ ਦੀ ਜ਼ਮੀਨ ਤੇ ਕਿਸੇ ਸਰਦਾਰ ਨਾਲ ਨੌਕਰੀ ਕਰਦਾ ਹੈ। ਉਹ ਕੱਲ 19 ਤਰੀਕ ਨੂੰ 7:30 ਵਜੇ ਖੇਤ ਸੀਗਾ। ਇਹਨਾਂ ਨੂੰ 7:30 ਵਜੇ ਇਤਲਾਹ ਦਿੱਤੀ ਕਿ ਵੀਰੋ ਬਾਈ ਨਾਮ ਦੀ ਔਰਤ ਹੈ। ਉਹਨੇ ਕਿਹਾ ਵੀ ਉਹਦੀ ਮੌਤ ਹੋ ਗਈ ਹੈ ਬਿੱਟੂ ਡਾਕਟਰ ਦੀ ਦੁਕਾਨ 'ਤੇ। ਅੱਜ ਇਹਨਾਂ ਨੇ ਸਾਡੇ ਕੋਲ ਆ ਕੇ ਬਿਆਨ ਲਿਖਾਇਆ। ਅਸੀਂ ਹਾਲ ਦੀ ਘੜੀ 174 ਕਾਰਵਾਈ ਕਰਕੇ ਉਹਦਾ ਵਿਸਰਾ ਕਢਵਾ ਰਹੇ ਹਾਂ। ਡਾਕਟਰ ਸਾਹਿਬ ਨੂੰ ਲਿਖਿਆ ਇਹਦੇ ਮੌਤ ਦੇ ਕਾਰਨਾਂ ਦਾ ਪਤਾ ਲੱਗਣਾ ਚਾਹੀਦਾ ਹੈ। ਜਦੋਂ ਕੋਈ ਗੱਲ ਇਹੋ ਜਿਹੀ ਸਾਹਮਣੇ ਆਈ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਰ ਰਿਪੋਰਟ 'ਚ ਆ ਜਾਏਗੀ ਜੀ, ਜਦੋਂ ਆਈ ਹੈ ਜਾਂ ਕਿਵੇਂ ਹੋਏ ਤਾਂ ਬਾਅਦ ਇਨਵੈਸਟੀਗੇਸ਼ਨ ਜਿਵੇਂ ਵੀ ਹੋਈ ਕਾਰਵਾਈ ਅਸੀਂ ਕਰਾਂਗੇ। ਹਾਲ ਦੀ ਘੜੀ ਉਹਦਾ ਅਸੀਂ ਮੈਡੀਕਲ ਕਰਵਾ ਕੇ ਵਿਸਰਾ ਭੇਜ ਰਹੇ ਹਾਂ ਖਰੜ। ਅਸਲੇ ਕੋਈ ਸੱਟ ਵਗੈਰਾ ਨਹੀਂ ਹੈ, ਕੋਈ ਅਲਾਮਤ ਨਹੀਂ ਹੈਗੀ।